हाँ जी, 12वीं जमात ਦੇ ਸਾਰੇ ਪੰਜਾਬੀ ਵਿਸ਼ੇ ਦੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ। ਤੇ ਅੱਜ ਆਪਾਂ ਇੱਕ ਹੋਰ ਲੈਕਚਰ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ। ਤੇ ਇਹ ਵੀ ਲੈਕਚਰ ਇੱਕ ਤੁਹਾਡੀ ਕਵਿਤਾ ਹੀ ਹੈ, ਜਿਹੜੀ ਭਾਈ ਵੀਰ ਸਿੰਘ ਜੀ ਦੀ, ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਹੈ ਕਵਿਤਾ। ਤੇ ਇਹ ਕਵਿਤਾ ਕਿਹੜੀ ਹੈ? ਕੰਬ ਦੀ ਕਲਾਈ। ਆਪਾਂ ਪਹਿਲਾਂ ਕਵਿਤਾ ਪੜ੍ਹੀ ਸੀ ਇੱਕ, ਉਹ ਸੀ ਟੁਕੜੀ ਜਗ ਤੋਂ ਨਿਆਰੀ, ਜਿਹਦੇ ਵਿੱਚ ਕਸ਼ਮੀਰ ਦਾ ਜਿਹੜਾ ਸੁੰਦਰਤਾ ਹੈ ਉਹਦਾ ਜ਼ਿਕਰ ਕੀਤਾ ਗਿਆ ਸੀ। ਇਹ ਕਵਿਤਾ ਹੈਗੀ ਹੈ ਕੰਬ ਦੀ ਕਲਾਈ, ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ। ਤੇ ਇਹਦੇ ਵਿੱਚ ਕੀ ਦੱਸਿਆ ਗਿਆ ਹੈ? ਇਹਦੇ ਵਿੱਚ ਜਿਹੜਾ ਹੈ ਆਪਣਾ ਇੱਕ ਕਹਿ ਸਕਦੇ ਹਾਂ ਕਿ ਮਨੁੱਖ ਹੈਗਾ, ਉਹ ਉਸ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਇੱਕ ਦਿਨ ਪਰਮਾਤਮਾ ਉਹਨੂੰ ਸੁਪਨੇ ਵਿੱਚ ਦਿਖਾਈ ਦਿੰਦਾ ਹੈ ਤੇ ਉਹ ਉਹਨੂੰ ਪਰਮਾਤਮਾ ਨੂੰ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਗਲੇ ਲਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਫੇਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਚਰਨਾਂ 'ਚ ਸ਼ੀਸ਼ ਨਵਾਉਣ ਦੀ ਕੋਸ਼ਿਸ਼ ਕਰਦਾ ਹੈ, ਫਿਰ ਉਹ ਫੇਲ ਹੋ ਜਾਂਦਾ ਹੈ। ਤੇ ਇਸ ਤੋਂ ਬਾਅਦ ਉਹ ਕੀ ਕਰਦਾ ਹੈ? ਉਹਦੇ ਜਦੋਂ ਚਰਨਾਂ 'ਚ ਸ਼ੀਸ਼ ਨਵਾਉਂਦਾ ਹੈ ਤੇ ਜਦੋਂ ਉਹਦੇ ਇੱਕ ਜਿਹੜੀ ਹੈ ਉਹ ਥੋੜ੍ਹਾ ਜਿਹਾ ਛੂਹ ਜਾਂਦਾ ਹੈ ਉਹਨੂੰ, ਤੇ ਉਹ ਬਿਜਲੀ ਲਹਿਰ ਹੈ, ਇੱਕ ਪਰਮਾਤਮਾ ਦਾ ਸੂਖਮ ਰੂਪ ਹੈਗਾ। ਉਹ ਜਦੋਂ ਬਿਜਲੀ ਲਹਿਰ ਦੇ ਉਹਨੂੰ ਐ ਟੱਚ ਕਰਕੇ ਜਾਂਦੀ ਹੈ ਤੇ ਉਹਦੇ ਵਿੱਚ ਇੱਕ ਥਰਾਟ ਹੁੰਦੀ ਹੈ, ਉਹਦੇ ਵਿੱਚ ਇੱਕ ਉਹਨੂੰ ਆਸੇ ਪਾਸੇ ਕੁਝ ਨਹੀਂ ਦਿਖਾਈ ਦਿੰਦਾ। ਤੇ ਇਹ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ। ਤੇ ਆਓ ਹੁਣ ਆਪਾਂ ਇਸ ਕਵਿਤਾ ਨੂੰ ਪੜ੍ਹੀਏ। ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਕੰਬ ਦੀ ਕਲਾਈ। ਕੀ ਕਹਿ ਰਿਹਾ ਹੈ? ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਕਿ ਹੇ ਪਰਮਾਤਮਾ ਤੁਸੀਂ ਸਾਨੂੰ ਸੁਪਨੇ ਵਿੱਚ ਮਿਲੇ ਸਾਨੂੰ। ਅਸਾਂ ਧਾ ਗਲਵੱਕੜੀ ਪਾਈ, ਅਸੀਂ ਦੌੜ ਕੇ ਤੁਹਾਨੂੰ ਗਲਵੱਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ। ਕੀ ਕਹਿਣਾ ਚਾਹ ਰਹੇ ਹਨ ਕਿ ਜਦੋਂ ਤੁਸੀਂ ਸਾਨੂੰ ਸੁਪਨੇ ਵਿੱਚ ਦਿਖਾਈ ਦਿੱਤੇ, ਤੁਹਾਡਾ ਇੱਕ ਸੂਖਮ ਸਰੀਰ ਸੀ, ਇੱਕ ਨਿਰਾ ਨੂਰ ਸੀ, ਉੱਥੇ ਕੋਈ ਸਥੂਲ ਸਰੀਰ ਨਹੀਂ ਸੀ, ਕੋਈ ਆਕਾਰ ਦਾ ਸਰੀਰ ਨਹੀਂ ਸੀ, ਇੱਕ ਉੱਥੇ ਨੂਰ ਹੀ ਨੂਰ ਸੀ। ਤੇ ਜਦੋਂ ਅਸੀਂ ਉਹਨੂੰ ਗਲਵੱਕੜੀ ਪਾਉਣ ਲਈ ਦੌੜੇ, ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ, ਸਾਡੀ ਕੰਬਦੀ ਰਹੀ ਕਲਾਈ। ਹਾਂ, ਤੇ ਕੀ ਕਹਿ ਰਹੇ ਹਨ? ਜਦੋਂ ਅਸੀਂ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਹੱਥ ਨਾ ਆਏ, ਤੇ ਸਾਡੀ ਕੰਬਦੀ ਰਹੀ ਕਲਾਈ ਤੋਂ ਭਾਵ ਹੈ ਕਿ ਸਾਡੇ ਹੱਥ ਕੰਬਦੇ ਰਹੇ, ਕਿਉਂਕਿ ਆਪਾਂ ਪਰਮਾਤਮਾ ਦੇ ਇਹ ਜਿਹੜਾ ਭਗਤ ਹੈ, ਜਿਹੜਾ ਆਪਾਂ ਹਾਂ, ਆਪਾਂ ਪਰਮਾਤਮਾ ਦੇ ਰੂਪ ਨੂੰ ਦੇਖ ਨਹੀਂ ਸਕਦੇ। ਉਹਨੂੰ ਦੇਖ ਸਕਦੇ ਹਾਂ ਪਰ ਮਹਿਸੂਸ ਕਰ ਸਕਦੇ ਹਾਂ ਉਹਨੂੰ ਆਪਾਂ। ਇੱਕ ਨਿਰਾ ਨੂਰ ਹੀ ਨੂਰ ਦਿਖਾਈ ਦੇਵੇਗਾ, ਇੱਕ ਸੂਖਮ ਸਰੀਰ ਹੈ ਉਹਦਾ ਕੋਈ ਆਕਾਰ ਨਹੀਂ ਹੈ। ਤੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾ ਗਲਵੱਕੜੀ ਪਾਈ। ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਤੇ ਅਸਾਂ ਤੁਹਾਨੂੰ ਭੱਜ ਕੇ ਦੌੜ ਕੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕਰੀ, ਪਰ ਉੱਥੇ ਇੱਕ ਨੂਰ ਸੀ ਤੇ ਅਸੀਂ ਤੁਹਾਨੂੰ ਹੱਥ ਨਾ, ਤੁਸੀਂ ਸਾਡੇ ਹੱਥ ਨਹੀਂ ਆ ਸਕੇ ਤੇ ਸਾਡੇ ਹੱਥ ਕੰਬਦੇ ਰਹੇ। ਧਾ ਚਰਨਾਂ 'ਤੇ ਸ਼ੀਸ਼ ਨਵਾਇਆ। ਫਿਰ ਅਸੀਂ ਕੀ ਕੋਸ਼ਿਸ਼ ਕੀਤੀ? ਅਸੀਂ ਇਹ ਕੋਸ਼ਿਸ਼ ਕੀਤੀ ਵੀ ਦੌੜ ਕੇ ਚਰਨਾਂ 'ਚ ਸ਼ੀਸ਼ ਨਵਾਈਏ, ਸਾਡੇ ਮੱਥੇ ਛੂਹ ਨਾ ਪਾਈ। ਜਿਹੜੀ ਤੁਹਾਡੀ ਜਿਹੜਾ ਇੱਕ ਸਪਰਸ਼ ਹੈਗਾ ਉਹ ਸਾਡੇ ਮੱਥੇ ਨੂੰ ਵੀ ਨਹੀਂ ਹੋ ਪਾਇਆ। ਜਿਹੜਾ ਕਿਉਂਕਿ ਕੋਈ ਸਰੀਰ ਹੁੰਦਾ, ਕੋਈ ਹੋਰ ਹੁੰਦਾ, ਉਹ ਤਾਂ ਸਪਰਸ਼ ਕਰ ਸਕਦਾ ਸੀ, ਪਰ ਇਹ ਕਿਵੇਂ ਕਰਦਾ? ਇਸ ਵਾਸਤੇ ਧਾ ਚਰਨਾਂ 'ਤੇ ਸ਼ੀਸ਼ ਨਵਾਇਆ, ਸਾਡੇ ਮੱਥੇ ਛੂਹ ਨਾ ਪਾਈ। ਤੁਸੀਂ ਉੱਚੇ ਅਸੀਂ ਨੀਵੇਂ ਸਾਂ। ਪਰਮਾਤਮਾ ਨੂੰ ਕਹਿ ਰਿਹਾ ਹੈ, ਪਰਮਾਤਮਾ ਤੁਸੀਂ ਬਹੁਤ ਉੱਚੇ ਹੋ, ਤੁਹਾਡਾ ਕੋਈ ਰੂਪ ਨਹੀਂ ਹੈ, ਤੇ ਤੁਹਾਡਾ ਜਿਹੜਾ ਹੈ ਤੁਸੀਂ ਇਸ ਧਰਤੀ 'ਤੇ ਹਰ ਕਿਸੇ ਦੇ ਰੋਮ ਰੋਮ ਵਿੱਚ ਵਸ ਰਹੇ ਹੋ, ਤੇ ਅਸੀਂ ਕੁਝ ਵੀ ਨਹੀਂ ਹਾਂ, ਅਸੀਂ ਨਿਮਾਣੇ ਹਾਂ। ਸਾਡੀ ਪੇਸ਼ ਨਾ ਗਈਆਂ ਕਾਈ। ਤੇ ਇਸ ਤੋਂ ਅੱਗੇ ਸਾਡੀ ਇਹ ਜਿਹੜੇ ਪੇਸ਼ ਨਾ ਗਈਆ ਕਾਈ, ਇਸ ਤੋਂ ਭਾਵ ਹੈ ਵੀ ਸਾਡੀ ਇਹ ਬੇਬਸੀ ਹੈ, ਵੀ ਸਾਡੀ ਕੋਈ ਪੇਸ਼ ਨਹੀਂ ਪਈ। ਫਿਰ ਲੜ ਫੜਨੇ ਨੂੰ ਉੱਠ ਦੌੜੇ। ਪਹਿਲਾਂ ਕੀ ਉਹਨਾਂ ਨੇ ਕੋਸ਼ਿਸ਼ ਕੀਤੀ? ਪਹਿਲਾਂ ਕੋਸ਼ਿਸ਼ ਕੀਤੀ ਗਲਵੱਕੜੀ ਪਾਉਣ ਦੀ, ਪਰ ਉਹ ਅਸਫਲ ਰਹੇ, ਨਿਰਾ ਨੂਰ ਸੀ। ਫਿਰ ਚਰਨਾਂ 'ਚ ਸ਼ੀਸ਼ ਨਵਾਉਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਵੀ ਸ਼ੀਸ਼ ਨਹੀਂ ਨਵਾ ਪਾਏ, ਉਹਨੂੰ ਟੱਚ ਨਹੀਂ ਕਰ ਪਾਏ। ਫਿਰ ਕੀ ਕੀਤਾ? ਫਿਰ ਲੜ ਫੜਨੇ ਨੂੰ ਉੱਠ ਦੌੜੇ। ਲੜ ਹੁੰਦਾ ਹੈ ਪੱਲਾ। ਫਿਰ ਪੱਲਾ ਜਦੋਂ ਉਸ ਪਰਮਾਤਮਾ ਦਾ ਪੱਲਾ ਫੜਨ ਨੂੰ ਦੌੜ ਕੇ ਗਏ ਤੇ ਕੀ ਹੋਇਆ? ਪਰ ਲੜ ਉਹ ਬਿਜਲੀ ਲਹਿਰਾਂ, ਉਹ ਇੱਕ ਬਿਜਲੀ ਲਹਿਰਾਂ ਦੇ ਰੂਪ ਵਿੱਚ ਸੀ, ਉਹ ਇੱਕ ਨੂਰ ਹੀ ਨੂਰ ਸੀ, ਕੋਈ ਉੱਥੇ ਸਰੀਰ ਵਾਲਾ ਕੋਈ ਬੰਦਾ ਜਾਂ ਕੋਈ ਹੋਰ ਚੀਜ਼ ਨਹੀਂ ਸੀ। ਉੱਡਦਾ ਜਾਂਦਾ ਪਰ ਉਹ ਆਪਣੀ ਇੱਕ ਛੂਹ ਸਾਨੂੰ ਗਿਆ ਨਹੀਂ। ਉਹ ਸਾਡੇ ਸੁਪਨੇ ਵਿੱਚ ਆਇਆ ਸੀ
ਤੇ ਉਹ ਉੱਡਦਾ ਚਲਾ ਗਿਆ। ਜਦੋਂ ਅਸੀਂ ਪੱਲਾ ਫੜਨ ਦੀ ਕੋਸ਼ਿਸ਼ ਕੀਤੀ ਤੇ ਉੱਡ ਗਿਆ, ਪਰ ਉਹ ਕੀ ਕੀਤਾ, ਉਹਨੇ ਸਾਨੂੰ ਹਲਕਾ ਜਿਹਾ ਟੱਚ ਕਰ ਲਿਆ ਤੇ ਕੀ ਹੋਇਆ, ਇੱਕ ਛੂਹ ਸਾਨੂੰ ਗਿਆ ਲਾਈ, ਸਾਨੂੰ ਛੂਹ ਗਿਆ ਹਲਕਾ ਜਿਹਾ। ਤੇ ਉਸ ਤੋਂ ਬਾਅਦ ਜਦੋਂ ਤੀਸਰੀ ਵਾਰ ਜਦੋਂ ਉਹ ਥੋੜ੍ਹਾ ਜਿਹਾ ਛੂਹ ਗਿਆ ਰੂਪ, ਤੇ ਫਿਰ ਇਹਦੇ ਵਿੱਚ ਜਿਹੜਾ ਕੀ ਚੇਂਜ ਆਇਆ ਉਹ ਵੇਖੋ, ਮਿੱਟੀ ਚਮਕ ਪਈ ਇਹ ਮੋਈ। ਇਹ ਜਿਹੜਾ ਮਰਿਆ ਹੋਇਆ ਸਰੀਰ ਹੈ ਸਾਡਾ, ਇਹ ਮਰੀ ਹੋਈ ਮਿੱਟੀ ਹੈ, ਇਹ ਚਮਕ ਪਈ ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਤੁਸੀਂ ਸਾਡੇ ਰੋਮ ਰੋਮ ਵਿੱਚ ਸਮਾਏ ਹੋ, ਤੂੰ ਰੋਮ ਰੋਮ ਵਿੱਚ ਸਮਾ ਗਏ। ਬਿਜਲੀ ਕੂੰਦ ਗਈ ਥर्रां ਦੀ। ਤੇ ਜਿਵੇਂ ਕਈ ਵਾਰ ਰੋਂਗਟੇ ਖੜੇ ਹੋ ਜਾਂਦੇ ਹਨ, ਜਾਂ ਕਈ ਵਾਰ ਸਾਨੂੰ ਅਚਾਨਕ ਕੁਝ ਹੁੰਦਾ ਹੈ ਤੇ ਆਪਾਂ ਇੱਕਦਮ ਐਂ ਝਟਕਾ ਜਿਹਾ ਲੱਗਦਾ ਹੈ ਸਰੀਰ ਨੂੰ, ਤੇ ਉਵੇਂ ਹੀ ਇੱਕ ਬਿਜਲੀ ਜੀ ਦੌੜ ਗਈ ਸਰੀਰ ਦੇ ਵਿੱਚ। ਹੁਣ ਚਕਾਚੌਂਧ ਹੈ ਛਾਈ, ਤੇ ਹੁਣ ਸਾਡੀ ਅੱਖਾਂ ਅੱਗੇ ਹਨੇਰਾ ਆ ਗਿਆ ਹੈ, ਕਿਉਂਕਿ ਜਦੋਂ ਉਸ ਪਰਮਾਤਮਾ ਨੂੰ ਦੇਖ ਲਿਆ ਹੈ, ਅਸੀਂ ਉਸ ਦੇ ਰੂਪ ਨੂੰ ਦੇਖ ਲਿਆ ਹੈ, ਤੇ ਸਾਡੀ ਅੱਖਾਂ ਅੱਗੇ ਹਨੇਰਾ ਆ ਗਿਆ, ਅਸੀਂ ਕੁਝ ਦੇਖ ਨਹੀਂ ਪਾ ਰਹੇ ਹਾਂ। ਤੇ ਦੁਬਾਰਾ ਦੇਖੋ ਇਸ ਪੁਆਇੰਟ ਨੂੰ, ਇਸ ਕਵਿਤਾ ਨੂੰ ਕੀ ਕਹਿਣਾ ਚਾਹ ਰਹੇ ਹਨ ਇਸ 'ਚ, ਵੀ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਮਾਤਮਾ ਨੂੰ ਕਿਵੇਂ, ਉਹਨੂੰ ਸਿਰਫ ਛੂਹ ਸਕਦੇ ਹਾਂ, ਉਹਨੂੰ ਸਿਰਫ ਮਹਿਸੂਸ ਕੀਤਾ ਉਹਨੇ, ਤੇ ਉਹਨੂੰ ਦੇਖ ਨਹੀਂ ਸਕਿਆ, ਕਿਉਂਕਿ ਉਸ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਤੇ ਉਹਨੇ ਕੀ ਕੀਤਾ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸਾਂ ਧਾਗਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਨਿਰਾ ਨੂਰ ਸੀ ਤੁਹਾਡੇ ਵਿੱਚ ਤੇ ਤੁਸੀਂ ਸਾਡੇ ਹੱਥ ਨਹੀਂ ਆ ਸਕੇ, ਅਸੀਂ ਤੁਹਾਨੂੰ ਦੌੜ ਕੇ ਗਲਵੱਕੜੀ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਸਾਡੇ ਹੱਥ ਨਹੀਂ ਆਏ ਤੇ ਸਾਡੇ ਹੱਥ ਕੰਬਦੇ ਰਹੇ, ਅਸੀਂ ਡਰ ਰਹੇ ਸਾਂ। ਧਾ ਚਰਨਾਂ ਤੇ ਸ਼ੀਸ਼ ਨਵਾਇਆ, ਸਾਡੇ ਮੱਥੇ ਛੂਹ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈਆ ਕਾਈ। ਤੇ ਤੁਸੀਂ ਬਹੁਤ ਹੀ ਉੱਚੇ ਹੋ ਤੇ ਅਸੀਂ ਨੀਵੇਂ ਹਾਂ, ਸਾਡੀ ਜਿਹੜੀ ਮਨੁੱਖ ਹੈ, ਅਸੀਂ ਮਨੁੱਖ ਹਾਂ, ਅਸੀਂ ਤੁਹਾਡਾ ਪਾਰ ਨਹੀਂ ਪਾ ਸਕਦੇ। ਤੇ ਜਿਹਦਾ ਪਾਰ ਨਹੀਂ ਪਾ ਸਕਦੇ ਉਹਨੂੰ ਨਮਸਕਾਰ ਕਰਨਾ ਚਾਹੀਦਾ, ਉਹਨੂੰ ਸ਼ੀਸ਼ ਨਵਾਉਣਾ ਚਾਹੀਦਾ ਹੈ। ਤੇ ਧਾ ਚਰਨਾਂ ਜਦੋਂ ਅਸੀਂ ਸ਼ੀਸ਼ ਨਵਾਉਣ ਦੀ ਕੋਸ਼ਿਸ਼ ਕੀਤੀ ਤੇ ਤਾਂ ਵੀ ਸਾਡੇ ਮੱਥੇ ਤੇ ਵੀ ਛੂਹ ਨਾ ਸਕੇ, ਤੇ ਫਿਰ ਕੀ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜ ਉਹ ਬਿਜਲੀ ਲਹਿਰਾਂ ਉੱਡਦਾ ਜਾਂਦਾ, ਪਰ ਉਹ ਆਪਣੀ ਇੱਕ ਛੂਹ ਸਾਨੂੰ ਗਿਆ ਲਾਈ। ਤੇ ਜਦੋਂ ਅਸੀਂ ਲੜ ਫੜਨ ਦੀ ਕੋਸ਼ਿਸ਼ ਕੀਤੀ, ਪੱਲਾ ਫੜਨ ਦੀ ਕੋਸ਼ਿਸ਼ ਕੀਤੀ, ਤੇ ਕੀ ਹੋਇਆ, ਉਹ ਦੌੜ ਗਿਆ ਤੇ ਹਲਕਾ ਜਿਹਾ ਸਾਨੂੰ ਸਪਰਸ਼ ਹੋ ਗਿਆ ਉਹਦਾ। ਤੇ ਫਿਰ ਕੀ ਹੋਇਆ, ਸਪਰਸ਼ ਹੋਣ ਦੇ ਬਾਅਦ ਮਿੱਟੀ ਚਮਕ ਪਈ ਇਹ ਮੋਈ, ਮੋਈ ਤੋਂ ਭਾਵ ਹੈ ਮਰੀ ਹੋਈ, ਇਹ ਸਾਡੀ ਮਰੀ ਹੋਈ ਮਿੱਟੀ, ਸਾਡਾ ਮਰਿਆ ਹੋਇਆ ਸਰੀਰ ਇਹ ਚਮਕ ਗਿਆ। ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਸਾਡੇ ਰੋਮ ਰੋਮ ਵਿੱਚ ਤੁਸੀਂ ਲਿਸ਼ਕੇ, ਬਿਜਲੀ ਕੂੰਦ ਗਈ ਥर्रां ਦੀ, ਹੁਣ ਚਕਾਚੌਂਧ ਹੈ ਛਾਈ। ਤੇ ਹੁਣ ਚਕਾਚੌਂਧ ਛਾਈ ਪਈ ਹੈ ਤੇ ਬਿਜਲੀ ਜੀ ਲਿਸ਼ਕ ਗਈ ਹੈ। ਇੱਕ ਜਿਹੜੀ ਬਿਜਲੀ ਆਪਾਂ ਨੂੰ ਬਿਜਲੀ ਲਹਿਰ ਦੇ ਵਿੱਚ ਉਹਨੂੰ ਪਰਮਾਤਮਾ ਦਿਸਿਆ, ਤੇ ਇਹ ਉਹਨੇ ਪਰਮਾਤਮਾ ਨੂੰ ਮਹਿਸੂਸ ਕੀਤਾ, ਸੁਪਨੇ ਵਿੱਚ ਦੇਖਿਆ। ਤੇ ਬੱਚੋ ਅੱਜ ਦਾ ਆਪਣਾ ਲੈਕਚਰ ਇੰਨਾ ਹੀ ਹੈ, ਤੇ ਇੱਥੇ ਹੀ ਆਪਣੀ ਆ ਜਿਹੜੀ ਕਵਿਤਾ ਹੈ ਉਹ ਪੂਰੀ ਹੁੰਦੀ ਹੈ, ਤੇ ਇਹਦੇ ਪ੍ਰਸ਼ਨ ਉੱਤਰ ਹੀ ਭੇਜ ਦਿੱਤੇ ਜਾਣਗੇ ਤੁਹਾਨੂੰ। ਤੇ ਜਿਹੜੀ ਆਪਾਂ 12ਵੀਂ ਦੇ ਵਿੱਚ ਪੜ੍ਹ ਰਹੇ ਹਾਂ, ਇਹ ਤੁਹਾਡੀ ਇੱਕ ਤਾਂ ਕਿਤਾਬ ਹੈਗੀ ਹੈ ਕਾਵ ਕੀਰਤੀ, ਉਹ ਤੁਸੀਂ ਖਰੀਦ ਲਓ ਸਾਰੇ ਬੱਚੇ। ਇਸ ਤੋਂ ਇਲਾਵਾ ਇੱਕ ਆਪਾਂ ਨਾਟਕ ਪੜ੍ਹਾਂਗੇ ਸ਼ੋਭਾ ਸ਼ਕਤੀ, ਉਹ ਵੀ ਸਾਰੇ ਬੱਚੇ ਖਰੀਦ ਲਓ। ਇਹ ਦੋ ਕਿਤਾਬਾਂ ਹਨ ਸਾਡੀਆਂ, ਤੇ ਇਹ ਸਾਰੇ ਬੱਚੇ ਖਰੀਦ ਲਓ ਇਹ ਦੋਵੇਂ ਕਿਤਾਬਾਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਹੁਣ ਮਿਲਦੇ ਆਪਾਂ ਅਗਲੇ ਲੈਕਚਰ ਵਿੱਚ।